ਅਸੀਂ ਇਸ ਤਰ੍ਹਾਂ ਦੇ ਵੀ ਬਣ ਸਕੀਏ। ਹੁਣ ਤੋਂ ਲੈ ਕੇ ਧੰਨਵਾਦ ਉਹਨਾਂ ਦਾ 40 ਮਿੰਟ ਵਾਸਤੇ 1 ਵਜੇ ਤੱਕ ਸਾਡੇ ਪੰਡਤ ਯਾਦਵਿੰਦਰ ਸਿੰਘ ਜੀ, ਆਪ ਉਹਨਾਂ ਨੂੰ ਸ਼ਰਵਣ ਕਰੋ। ਧੰਨਵਾਦ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਇ, ਤਾਹੇ ਕੁਲ ਕੋ ਨਾਮ। ਪੁਨ ਦਵਾਦਸ ਗੌਰਿੰਡ ਕੋ, ਮੇਰੀ ਹੈ ਪ੍ਰਣਾਮ। परम सत्कारयोग हाजरीन साध संगत जीओ, सब तो पहला महान सतगुरां नूं याद करिए, सब प्रेम सत्कार नाल आखिए धन श्री सतगुरु जगजीत सिंह सच्चे पातशाह जी। एक बार फिर वर्तमान हाजरा हजूर सतगुरां दे चरनां च अपनी श्रद्धा भावना समर्पित करते हुए सब प्रेम सत्कार नाल आखिए धन श्री सतगुरु उदय सिंह सच्चे पातशाह जी। सतगुरां दी महान बख्शिश दे अनुसार लगभग 1 महीने तो सतगुरां दे दर्शनां दा आनंद, गुरबाणी दा मनोहर कीर्तन, साध संगत दे रूप च बैठ के नाम सिमरन करन दा और नामधारी समाज ते होर बाहरों आए विद्वानां दे कोलों उन्हां दे विचार सुनन दा सानू सुभाग समा प्राप्त होया। इस थोड़े जे समय दे विच आप दे नाल सिक्खी सिद्धांत दा जो आधार है उहदे विषय च थोड़ी थोड़ी गल आप नाल सांझी करनी है। गुरसिख शब्द जो है इहदे विच दोनों चीज़ां समाईयां ने, गुरु ते सिख। इन्हां दोनां नूं मिला के फिर एक गुरसिख जो है, एक व्यक्ति गुरसिख बनता है। गुरु ते सिख अभेद हो जान, उस वेले इस गुरसिख दी जो जीवन है, गुरसिख दा जो फलसफा है वो पूरा हुंदा है। जिस तरह सिख गुरु दी मंग करदा है जां सिख नूं गुरु दी जरूरत महसूस हुंदी है, इसे प्रकार सिख भी गुरु भी सिख नूं लोचदा है। दोनों आपस दे प्रेम आकर्षण दे विच बझे होए इस अध्यात्म दी यात्रा करते ने। जे सिख समर्पण करदा
ਤੇ ਗੁਰੂ ਵੀ ਕਿਰਪਾ ਕਰਦਾ। ਜੇ ਸਿੱਖ ਆਪਣਾ ਆਪ ਨਿਸ਼ਾਵਰ ਕਰਦਾ ਤੇ ਗੁਰੂ ਵੀ ਫਿਰ 9 ਨਿਧੀਆਂ ਸਿੱਧੀਆਂ ਦਿੰਦਾ। ਜੇ ਸਿੱਖ ਗੁਰੂ ਦਾ ਹੋ ਜਾਂਦਾ ਫਿਰ ਗੁਰੂ ਵੀ ਹਰ ਜਗ੍ਹਾ ਸਿੱਖ ਦੀ ਰੱਖਿਆ ਕਰਦਾ। ਇਸ ਕਰਕੇ ਇਹ ਸਾਧਨਾ ਸਿੱਖੀ ਦੀ ਕਮਾਈ ਦੋਨਾਂ ਨੂੰ ਮਿਲ ਕੇ ਚੱਲਦੀ ਹੈ। ਇਹ ਤੋਂ ਪਹਿਲਾਂ ਮੈਂ ਆਪਣੀ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਾਨਵੀਏ ਮਨ ਦੀ ਇਹ ਜੋ ਯਾਤਰਾ ਹੈ ਇਹਦੀ ਪੂਰਨਤਾ ਕਿੱਥੇ ਹੈ? ਪਾਤਸ਼ਾਹ ਕਹਿੰਦੇ ਨੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਜਲ ਤੇ ਤਰੰਗ ਦੇ ਵਿੱਚ ਕੋਈ ਭੇਦ ਨਹੀਂ ਹੈ, ਉਹੀ ਜਲ ਜਦੋਂ ਕੋਈ ਆਕਾਰ ਲੈ ਲੈਂਦਾ ਉਹਨੂੰ ਹੀ ਤਰੰਗ ਆਖਿਆ ਜਾਂਦਾ, ਔਰ ਜਦੋਂ ਆਕਾਰ ਛੱਡ ਦਿੰਦਾ ਉਹ ਜਲ ਬਣ ਜਾਂਦਾ। ਜਲ 'ਚ ਕੋਈ ਅੰਤਰ ਨਹੀਂ ਆਉਂਦਾ, ਦ੍ਰਿਸ਼ਟੀ 'ਚ ਅੰਤਰ ਹੈ, ਦੇਖਣ 'ਚ ਅੰਤਰ ਹੈ। ਇਸੇ ਪ੍ਰਕਾਰ ਹਰ ਹਰ ਜਨ ਇਹ ਦੋਨੋਂ ਇੱਕੋ ਹੀ ਨੇ, ਕੋਈ ਭੇਦ ਨਹੀਂ ਹੈ। ਬਿਬ ਵਿਚਾਰ ਕਿਛ ਨਾਹੇ, ਇਹਦੇ 'ਚ ਕੋਈ ਸੰਸ਼ੇ ਸ਼ੰਕਾ ਕੁਛ ਨਹੀਂ ਹੈ। ਕੇਵਲ ਸਾਡਾ ਦੇਖਣਾ, ਸਾਡਾ ਭਰਮ ਅਗਿਆਨ ਹੀ ਦੋ ਬਣਾਉਂਦਾ ਹਰੀ ਤੇ ਹਰੀ ਦੇ ਜਨ ਨੂੰ। ਇਸ ਅਵਸਥਾ ਤੱਕ ਪਹੁੰਚਣਾ ਗੁਰਸਿੱਖੀ ਦੀ ਸਾਧਨਾ, ਜਾਂ ਇਹਨੂੰ ਵੱਡੇ ਸਤਰ ਨਾਲ ਵੇਖੀਏ ਪੂਰੀ ਭਾਰਤੀਏ ਮਨੀਸ਼ਾ, ਭਾਰਤੀਏ ਅਧਿਆਤਮ ਦੀ ਸਾਧਨਾ। ਇਹ ਜੋ ਦ્વૈਤ ਭਾਵ ਹੈ ਇਹ ਖਤਮ ਹੋ ਕੇ ਅਦਵੈਤ ਅਵਸਥਾ ਦੇ ਵਿੱਚ ਪ੍ਰਤਿਸ਼ਠਿਤ ਹੋਣਾ। ਵੇਦ ਦੇ ਰਿਸ਼ੀ ਇੱਕ ਪ੍ਰਾਰਥਨਾ ਕਰਦੇ ਨੇ, ਓਮ ਅਸਤੋ ਮਾ ਸਦ ਗਮਾਇਆ, ਤਮਸੋ ਮਾ ਜੋ ਤਿਰ ਗਮਾਇਆ, ਮ੍ਰਿਤਯੋਰ ਮਾ ਅੰਮ੍ਰਿਤੰ ਗਮਾਇਆ। ਐ ਪਰਮ ਪਿਤਾ ਪਰਮਾਤਮਾ, ਮੈਨੂੰ ਅਸਤ ਤੋਂ, ਝੂਠ ਤੋਂ ਸਤ ਵੱਲ ਲੈ ਕੇ ਜਾ। ਮੇਰੇ ਕਰਮ ਨਿਰਮਲ ਹੋਣ, ਮੇਰੇ ਵਿਚਾਰ, ਮੇਰੀ ਭਾਵਨਾ ਸ਼ੁੱਧ ਬਣੇ, ਇਹ ਪ੍ਰਾਰਥਨਾ। ਤਮਸੋ ਮਾ ਜੋਤਿਰਗਮਇਆ, ਇਹ ਨਿਰਮਲਤਾ ਮੈਂ ਚਾਹੁੰਦਾ ਕਿਸ ਵਾਸਤੇ ਆ? ਮੈਂ ਅਗਿਆਨ ਅੰਧਕਾਰ ਦੀ ਨੀਂਦ 'ਚ ਜਨਮ ਜਨਮਾਂਤਰਾਂ ਤੋਂ ਸੁੱਤਾ ਪਿਆ, ਉਹ ਪ੍ਰਕਾਸ਼ ਕਰ। ਜੋ ਤਿਰ ਗਮਾਇਆ, ਉਸ ਜੋਤੀ ਗਿਆਨ ਦੀ ਪ੍ਰਾਪਤੀ ਹੋਵੇ। ਇਹ ਦੂਸਰੀ ਮੰਗ ਕਿਉਂ ਮੰਗਦਾ ਪਿਆ? ਮ੍ਰਿਤਯੋਰ ਮਾ ਅੰਮ੍ਰਿਤੰ ਗਮਾਇਆ, ਕਿਉਂਕਿ ਮੈਂ ਜਨਮ ਜਨਮਾਂਤਰਾਂ ਦੇ ਇਸ ਚੱਕਰ 'ਚ ਕਦੇ ਜੰਮਦਾ ਕਦੇ ਮਰਦਾ। ਇਸ ਜਨਮ ਮਰਨ ਦੇ ਚੱਕਰ 'ਚੋਂ ਨਿਕਲ ਕੇ ਮੈਂ ਅੰਮ੍ਰਿਤ ਪਦ ਨੂੰ ਪ੍ਰਾਪਤ ਕਰਨਾ ਚਾਹੁੰਦਾ। ਇਹ ਸਦੀਵੀ ਵੈਦਿਕ ਰਿਸ਼ੀਆਂ ਦੀ ਪ੍ਰਾਰਥਨਾ ਹੀ ਸੰਪੂਰਨ ਮਾਨਵੀय ਚੇਤਨਾ ਦੀ ਪ੍ਰਾਰਥਨਾ। ਇਹ ਬਾਹਰੀ ਪਦਾਰਥਾਂ ਦੀ ਮੰਗ, ਇਹਦੀ ਇੱਛਾ ਜੀਵਨ ਦਾ ਇੱਕ ਪਹਿਲੂ ਹੈ। ਸੁਭਾਵਿਕ ਚਾਹ ਬਾਹਰੀ ਚੀਜ਼ਾਂ ਦੀ ਹੁੰਦੀ ਹੈ,
परिवार ठीक होवे, पैसा होवे, शरीर ठीक होवे, हालात ठीक होन, साडी सारियां दी ये सुभाविक मंग है। पर कोई दुर्लभ ऐसी चेतना है, कोई दुर्लभ ऐसा मन है जो विचारशील है, जिदे ते सतगुरु दी पूर्ण किरपा है, ओदे हिरदे चो ये मंग उठदी है। ओ दिन कदों आएगा जदों मैं निष्काम हो जावांगा, ओ दिन कदों आएगा जदों मेरा मन प्रकाश नाल भर जाएगा, ओ दिन कदों आएगा जदों इस जन्म मरण दे चक्कर चों मुक्त हो जावांगा। जिन्ना चिर मन दी ये मंग नहीं बनदी और तीव्रता दे नाल साडे रोम रोम दे विच खिड़दी नहीं, उन्ना चिर सिख और गुरु दी जो अभेदता वो संभव नहीं बनती। क्यों? क्योंकि गुरु जिस लेवल या स्तर ते खड़े है, वो कुछ दातां ते बख्श सकदा उस मंगदे हुए सिख नूं, पर अपने नाल मिला नहीं सकदा। मिलाया ते उदों ही जांदा जदों सिख दी मिलन दी मंग होवे। इस करके इस अपनी मानसिक अवस्था नूं आपां देखना है, मेरे अंदर दी मंग की है। ये अध्यात्म, ये धर्म दी साधना श्रद्धा विश्वास नाल ते चलदी हुई है, पर इहदे नाल सूक्ष्म विचार, व्यक्ति दी प्रवृत्ति, चाहे बैठे सारे ही आपां, पर सब दे अंदर की है ये ते आप नूं ही पता है ना। मत्था सारे ही टेकदे आ, पर कोई किस दृष्टि भावना ते मंग नाल टेकदा है ते व्यक्ति नूं ही पता है ना। अध्यात्म दा रस और अध्यात्म दा आनंद जिन्ना चेरे हिरदे अपने गुरु वल पूर्ण रूप च खुलदा नहीं, सतगुरु दी ओ बख्शिशां दा पात्र बनना असंभव हो जांदा। मैं गल नूं बहुत लंबा ना करदा होया, गुरु और सिख दे जो गुरबाणी अनुसार स्वरूप है, जो इहदा चरित्र है, वो कुछ शब्दां राहीं मैं आप दे सामने रखा। जिस तरह बीज तो बिना दरखत असंभव है, जिस तरह इस्त्री तो बिना बच्चे दी पैदाइश असंभव है, जिस तरह बदलों तो बिना बरखा असंभव है, इसे प्रकार गुरु तो बिना सिख दी जो साधना है उदा पूर्ण होना असंभव है। सिख दा आधार, सिख दी प्रेरणा, सिख दा बल सतगुरु होया करदा। और इहदे विच दो तीन पहलू मैं आप दे सामने रखने ने। जिस तरह दुनियावी चीज भी बिना किसे तो सिखिया नहीं आउंदी, इसे प्रकार इस धर्म दा जीवन भी सतगुरु दी शिक्षा तो बिना, उपदेश तो बिना प्राप्त नहीं हुंदा। गुरु अमरदास पातशाह सतगुरु दी परिभाषा की है। सतगुरु कौन ने और की करवाउंदे ने,
ਉਹਦੀ ਬੜੀ ਸੁੰਦਰ ਇੱਕ ਤਸਵੀਰ ਖਿੱਚਦੇ ਨੇ, ਕਿਉਂਕਿ ਅੱਜ ਦੁਨੀਆ ਦੇ ਉੱਤੇ ਹਰ ਵਿਅਕਤੀ ਕਹਿੰਦਾ ਮੇਰਾ ਹੀ ਗੁਰੂ ਸਭ ਤੋਂ ਚੰਗਾ ਹੈ। ਔਰ ਸੁਭਾਵਿਕ ਸਾਡੀ ਦ੍ਰਿਸ਼ਟੀ ਇਸ ਤਰ੍ਹਾਂ ਦੀ ਹੀ ਹੋਇਆ ਕਰਦੀ ਹੈ। ਸਾਡੀ ਮਰਿਆਦਾ, ਸਾਡਾ ਸੰਪਰਦਾਇ, ਸਾਡਾ ਸਤਿਗੁਰੂ ਸਭ ਤੋਂ ਉੱਤੇ ਹੈ, ਪਰ ਉਹ ਪਰਮਾਤਮਾ ਅਨੰਤ ਹੈ। ਉਸ ਪਰਮਾਤਮਾ ਦੇ ਅਨੰਤ ਰੂਪ ਨੇ ਉਹ ਸਤਿਗੁਰੂ ਦੇ ਰੂਪ ਦੇ ਵਿੱਚ ਅਨੰਤ ਰੂਪਾਂ 'ਚ ਇਸ ਸੰਸਾਰ 'ਚ ਪ੍ਰਗਟ ਹੁੰਦਾ। ਜੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਵਰਤਮਾਨ ਸਤਿਗੁਰੂ ਜੀ ਤੱਕ ਉਸ ਸਤਿਗੁਰੂ ਦੀ ਇੱਕ ਮੂਰਤ ਹੈ, ਇਸੇ ਪ੍ਰਕਾਰ ਹੋਰ ਧਰਮ ਸੰਪਰਦਾਇਆਂ ਦੇ ਅੰਦਰ ਵੀ ਉਹ ਪਰਮ ਪਿਤਾ ਪਰਮਾਤਮਾ ਕਿਸੇ ਨਾ ਕਿਸੇ ਸਤਿਗੁਰੂ ਮੂਰਤ ਦੇ ਅੰਦਰ ਪ੍ਰਗਟ ਹੁੰਦਾ। ਸ਼ਾਸਤਰਾਂ ਦੇ ਅੰਦਰ ਉਸ ਪਰਮ ਪਿਤਾ ਪਰਮਾਤਮਾ ਦੇ ਅੰਦਰ 5 ਸ਼ਕਤੀਆਂ ਦਾ ਸਮਾਵੇਸ਼ ਮੰਨਿਆ ਜਾਂਦਾ, ਸਰੂਪ ਮੰਨਿਆ ਜਾਂਦਾ। ਪਹਿਲੀ ਸ਼ਕਤੀ ਹੈ ਜਗਤ ਦੀ ਉਤਪਤੀ ਕਰਨ ਵਾਲੀ ਸ਼ਕਤੀ, ਜੋ ਸਾਰੇ ਸੰਸਾਰ ਨੂੰ ਪੈਦਾ ਕਰਦੀ ਹੈ। ਕਿਹਦੀ ਤਾਕਤ ਹੈ? ਦੂਸਰੀ ਸ਼ਕਤੀ ਹੈ ਉਹਦੀ ਪਾਲਣਾ ਕਰਨ ਵਾਲੀ। ਇਹ ਪਾਲਣਾ, ਅਸੀਂ ਤੇ ਆਪਣੇ ਨਿੱਕੇ ਜਿਹੇ ਪਰਿਵਾਰ ਨੂੰ ਪਾਲਦੇ ਪਾਲਦੇ ਥੱਕ ਜਾਈਦਾ, ਔਰ ਆਪ ਇਸ ਨਜ਼ਰ ਨੂੰ ਕਮਾਓ, ਕੀੜੇ ਮਕੌੜੇ, ਜੰਗਲੀ ਜਾਨਵਰ, ਜਲਚਰ, ਥਲਚਰ, ਕਿੰਨੇ ਪ੍ਰਕਾਰ ਦੇ ਜੀਵ ਜੰਤੂ ਨੇ, ਉਹਨਾਂ ਨੂੰ ਪੈਦਾ ਵੀ ਕੀਤਾ ਤੇ ਉਹਨਾਂ ਦੇ ਭੋਜਨ ਦਾ ਇੰਤਜ਼ਾਮ ਵੀ ਕੀਤਾ। ਉਹ ਪਾਲਣ ਕਰਨ ਵਾਲੀ ਸ਼ਕਤੀ। ਤੀਸਰੀ ਸ਼ਕਤੀ ਹੈ ਸੰਘਾਰ ਸ਼ਕਤੀ। ਜਿੰਨਾ ਜਨਮ ਹੋ ਰਿਹਾ ਉਸੇ ਹਿਸਾਬ ਦੇ ਨਾਲ ਸੰਘਾਰ, ਮੌਤ ਵੀ ਹੋ ਰਹੀ ਹੈ। ਜੇ ਉਹ ਪੈਦਾ ਕਰਦਾ ਤੇ ਮਾਰਦਾ ਵੀ ਉਹੀ ਹੈ। ਇਹ ਤੀਸਰੀ ਸ਼ਕਤੀ ਹੈ। ਇਹ ਆਪਨੇ ਸੁਭਾਵਿਕ ਸੁਣੀਆਂ ਹੋਣਗੀਆਂ। ਚੌਥੀ ਸ਼ਕਤੀ ਹੈ ਨਿਗ੍ਰਹ ਸ਼ਕਤੀ। ਨਿਗ੍ਰਹ ਸ਼ਕਤੀ ਤੋਂ ਭਾਵ ਕੀ ਹੈ? ਕੋਈ ਦੁਸ਼ਟ, ਕੋਈ ਅਨਾਚਾਰੀ, ਦੁਰਾਚਾਰੀ ਜਦੋਂ ਸੰਸਾਰ ਦੇ ਲੋਕਾਂ ਦਾ ਜਿਉਣਾ ਦੁਸ਼ਵਾਰ ਕਰ ਦਿੰਦਾ, ਉਹ ਪਰਮਾਤਮਾ ਕਿਸੇ ਐਸੇ ਰੂਪ 'ਚ ਪ੍ਰਗਟ ਹੁੰਦਾ, ਉਸ ਦੁਰਾਚਾਰ ਦਾ ਅੰਤ ਕਰਦਾ, ਭਾਵ ਨਿਗ੍ਰਹ ਕਰਦਾ, ਨਿਯੰਤਰਣ ਕਰਦਾ। ਔਰ ਪੰਜਵੀਂ ਸ਼ਕਤੀ ਹੈ ਅਨੁਗ੍ਰਹ ਸ਼ਕਤੀ, ਕਿਰਪਾ ਸ਼ਕਤੀ। ਸਤਿਗੁਰੂ ਦਾ ਪ੍ਰਗਟਨ, ਉਸ ਪਰਮ ਪਿਤਾ ਪਰਮਾਤਮਾ ਦੀ ਜੋ ਅਨੁਗ੍ਰਹ ਸ਼ਕਤੀ ਹੈ, ਉਹਦਾ ਰੂਪ ਸਤਿਗੁਰੂ ਹੈ। ਔਰ ਸਤਿਗੁਰੂ ਕਿਰਪਾ ਦੀ ਹੋਈ ਮੂਰਤ ਹੈ। ਸਤਿਗੁਰੂ ਉਸ ਪਰਮ ਪਿਤਾ ਪਰਮਾਤਮਾ ਦੀ ਮੂਰਤ ਹੈ, ਪਰ ਉਹ ਅਨੁਗ੍ਰਹ ਰੂਪ ਹੈ। ਇਸ ਕਰਕੇ ਸਤਿਗੁਰੂ ਔਰ ਪਰਮ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਅੱਗੇ ਪਾਤਸ਼ਾਹ ਕਹਿੰਦੇ ਨੇ, ਗੁਰ ਪਰਮੇਸ਼ਰ ਏਕੋ ਜਾਨ, ਜੋ ਤਿਸ ਭਾਵੈ ਸੋ ਪਰਵਾਨ। ਗੁਰੂ ਤੇ ਪਰਮੇਸ਼ਰ ਇੱਕੋ ਹੀ ਨੇ। ਉਹ ਅਨੁਗ੍ਰਹ ਮੂਰਤੀ ਹੀ ਸਤਿਗੁਰੂ ਹੈ। ਇਸ ਸਤਿਗੁਰੂ ਮੂਰਤ ਦੇ ਨਾਲ ਜਿੰਨਾ ਚਿਰ ਕਿਸੇ ਸਿੱਖ ਦਾ ਸੰਬੰਧ ਨਹੀਂ ਬਣਦਾ, ਉਹਨਾਂ ਚਿਰ ਉਹਦੇ ਅੰਦਰ ਉਹ ਅਧਿਆਤਮ ਦੇ ਗੁਣ ਨਹੀਂ ਆਉਂਦੇ। ਸਤਿਗੁਰੂ ਉਹਨੂੰ ਉਹ ਜੀਵਨ ਜੀ ਕੇ ਦਿਖਾਉਂਦੇ ਨੇ। ਉਹਨੂੰ ਆਪਣੇ ਸਾਹਮਣੇ ਉਸ ਪਰਮ ਪਿਤਾ ਪਰਮਾਤਮਾ ਦਾ ਇੱਕ ਪ੍ਰਤੀਬਿੰਬ ਨਜ਼ਰ ਆਉਂਦਾ। ਉਹਨੂੰ ਆਪਣਾ ਸਭ ਕੁਝ ਅਰਪਣ ਕਰਨ ਦਾ ਇੱਕ ਜ਼ਰੀਆ, ਇੱਕ ਸਾਧਨ ਸਮਝ ਆਉਂਦਾ।
ਉਹਨੂੰ ਆਪਣੀ ਝੋਲੀ ਅੱਡ ਕੇ ਇੱਕ ਮੰਗਣ ਵਾਲੀ ਜਗ੍ਹਾ ਨਜ਼ਰ ਆਉਂਦੀ ਹੈ, ਉਹਦਾ ਨਾਮ ਹੀ ਸਤਿਗੁਰੂ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸੋ ਸਤਿਗੁਰ ਸੇਵੋ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰ ਕੇ ਸਭ ਪੱਗੀ ਪਵੋ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਗੁਰੂ ਅਮਰਦਾਸ ਪਾਤਸ਼ਾਹ। ਸਤਿਗੁਰੂ ਅੱਜ ਦੁਨੀਆ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਹੜ ਆਇਆ ਪਿਆ। ਹਰ ਕੋਈ ਕਹਿੰਦਾ ਮੈਂ ਹੀ ਸਰਬ ਸ਼ਕਤੀਮਾਨ ਆ, ਪਰ ਸਤਿਗੁਰੂ ਦੀ ਪਰਿਭਾਸ਼ਾ ਇਹ ਗੁਰਬਾਣੀ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਦੇ ਰਹੇ ਨੇ। ਕਹਿੰਦੇ ਨੇ ਸਤਿਗੁਰੂ ਕੌਣ ਹੈ? ਸੋ ਸਤਿਗੁਰ ਸੇਵੋ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਪਹਿਲੀ ਚੀਜ਼ ਉਹ ਸਤਿਗੁਰੂ ਜਿਹੜਾ ਸਿੱਖ ਨੂੰ ਪਰਮਾਤਮਾ ਦਾ ਨਾਮ ਦ੍ਰਿੜਾਉਂਦਾ, ਉਹ ਸਤਿਗੁਰੂ ਹੈ। ਦੂਸਰੀ ਚੀਜ਼, ਜਿਨ ਜਗਨਨਾਥ ਜਗਦੀਸ਼ ਜਪਾਇਆ। ਕੇਵਲ ਨਾਮ ਕਿਸੇ ਸ਼ਬਦ ਨੂੰ ਰਟਣਾ ਹੀ ਮਾਤਰ ਨਹੀਂ, ਇਹ ਵੀ ਉਹ ਸਮਝ ਬਖਸ਼ਦੇ ਨੇ ਇਸ ਨਾਮ ਦਾ ਜੋ ਨਾਮੀ ਪਰਮਾਤਮਾ ਉਹ ਜਗਨਨਾਥ ਹੈ। ਕੇਵਲ ਸਰੀਰ ਦੇ ਅੰਦਰ, ਦੇਹ ਦੇ ਅੰਦਰ ਹੀ ਸੀਮਿਤ ਨਹੀਂ ਹੈ। ਸਤਿਗੁਰੂ ਦੀ ਹਸਤੀ ਕੇਵਲ ਦੇਹ ਦੇ ਅੰਦਰ ਹੀ ਨਹੀਂ ਹੈ, ਉਹ ਜਗਨਨਾਥ ਹੈ, ਘਟ ਘਟ ਦੇ ਵਿੱਚ ਵਿਰਾਜਮਾਨ ਹੈ। ਇਹ ਤੇ ਅਨੁਗ੍ਰਹ ਕਿਰਪਾ ਮੂਰਤੀ ਹੈ, ਕਿਉਂਕਿ ਵਿਅਕਤੀ ਕਿਸੇ ਸਰੀਰ ਨਾਲ ਹੀ ਸੰਵਾਦ ਕਰ ਸਕਦਾ। ਵਿਅਕਤੀ ਕਿਸੇ ਸਰੀਰ ਦੇ ਰਾਹੀਂ, ਜੀਵਾ ਰਾਹੀਂ ਉਪਦੇਸ਼ ਸਰਵਣ ਕਰ ਸਕਦਾ। ਇਹ ਸਿੱਖ ਕਿਸੇ ਦੇ ਚਰਨਾਂ ਤੇ ਹੀ ਮੱਥਾ ਟੇਕ ਸਕਦਾ। ਇਹ ਸਿੱਖ ਕਿਸੇ ਵਿਅਕਤੀ ਦੇਹ ਦੇ ਅੱਗੇ ਹੀ ਝੋਲੀ ਅੱਡ ਕੇ ਮੰਗ ਸਕਦਾ। ਇਹ ਸਿੱਖ ਆਪਣੇ ਅਹੰਕਾਰ ਨੂੰ ਕਿਸੇ ਦੇਹ ਦੇ ਅੱਗੇ ਹੀ ਸਮਰਪਿਤ ਕਰ ਸਕਦਾ ਹੈ। ਸੰਪੂਰਨ ਬ੍ਰਹਿਮੰਡ ਦੇ ਅੱਗੇ ਸਮਰਪਿਤ ਕਰਨ ਦੀ ਭਾਵਨਾ ਤੇ ਯੋਗਤਾ ਵਿਅਕਤੀ ਦੇ ਅੰਦਰ ਨਹੀਂ ਹੋਇਆ ਕਰਦੀ। ਆਪਣੀ ਉਸ ਭਾਵਨਾ ਨੂੰ ਪ੍ਰਗਟ ਕਰਨ ਵਾਸਤੇ ਉਹ ਪਰਮ ਪਿਤਾ ਪਰਮਾਤਮਾ ਸਤਿਗੁਰੂ ਦੀ ਮੂਰਤ ਧਾਰਨ ਕਰਦੇ ਨੇ, ਤਾਂ ਕਿ ਇਹ ਸਿੱਖ ਸੁਣ ਸਕੇ, ਬੋਲ ਸਕੇ, ਦੇਖ ਸਕੇ, ਸਪਰਸ਼ ਕਰ ਸਕੇ ਔਰ ਸਤਿਗੁਰੂ ਦੇ ਅੱਗੇ ਆਪਣੇ ਅਹੰਕਾਰ ਨੂੰ ਸਮਰਪਿਤ ਕਰ ਸਕੇ। ਜੇ ਕੇਵਲ ਸਤਿਗੁਰੂ ਦੀ ਮੂਰਤ ਨੂੰ ਦੇਹ ਮਾਤਰ ਹੀ ਸਮਝਿਆ, ਫਿਰ ਸਤਿਗੁਰੂ ਦੇ ਸਰੂਪ ਨੂੰ ਪੂਰਾ ਨਹੀਂ ਸਮਝਿਆ। ਸਤਿਗੁਰੂ ਉਸ ਪਰਮ ਪਿਤਾ ਪਰਮਾਤਮਾ ਦਾ ਰੂਪ ਨੇ, ਜਗਨਨਾਥ ਜਗਦੀਸ਼ ਜਪਾਇਆ। ਸਤਿਗੁਰੂ ਇਹ ਸੋਝੀ ਬਖਸ਼ਦੇ ਨੇ, ਪਰਮਾਤਮਾ ਕਿਸੇ ਇੱਕ ਮੂਰਤ, ਇੱਕ ਦੇਸ਼, ਇੱਕ ਅਸਥਾਨ ਦਾ ਮੁਹਤਾਜ ਨਹੀਂ ਹੈ, ਉਹ ਤੇ ਜਗਨਨਾਥ ਹੈ। ਇਹ ਸੋਝੀ ਜਿੱਥੋਂ ਮਿਲਦੀ ਹੈ ਉਹਦਾ ਨਾਮ ਸਤਿਗੁਰੂ ਹੈ। ਗੁਰਬਾਣੀ ਵਿਚਾਰ ਦਾ ਨਾਮ ਹੈ। ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ, ਧਰਮ ਦੇ ਅੰਦਰ ਸ਼ਰਧਾ ਔਰ ਵਿਸ਼ਵਾਸ ਦੀ ਜਿੰਨੀ ਜ਼ਰੂਰਤ ਹੈ ਇਹਦੇ 'ਚ ਕੋਈ ਦੁਹਰਾਏ ਨਹੀਂ ਹੈ, ਪਰ ਅਗਰ ਵਿਚਾਰ ਤੋਂ ਬਿਨਾਂ ਸ਼ਰਧਾ ਔਰ ਵਿਸ਼ਵਾਸ ਹੋਏਗਾ ਉਹ ਬਹੁਤ ਦੂਰ ਤੱਕ ਸਿੱਖ ਨੂੰ ਨਹੀਂ ਲੈ ਕੇ ਜਾਂਦਾ। ਖਿਮਾ ਰੱਖਣਾ, ਇਹ ਦੇਖਣਾ ਪਏਗਾ। ਕੋਈ ਚਮਤਕਾਰ ਤੋਂ ਪ੍ਰਭਾਵਿਤ ਹੈ, ਕੋਈ ਚਕਾ ਚੌਂਦ ਤੋਂ ਪ੍ਰਭਾਵਿਤ ਹੈ, ਬੜਾ ਵੱਡਾ ਡੇਰਾ ਹੈ, ਬੜੇ ਲੰਗਰ ਨੇ, ਬੜੀ ਸੰਗਤ ਹੈ, ਬੜੀ ਰੌਣਕ ਹੈ, ਬੜਾ ਵਧੀਆ ਗਾਇਆ ਜਾਂਦਾ, ਬੜਾ ਵਧੀਆ ਵਿਆਖਿਆਨ ਕੀਤਾ ਜਾਂਦਾ, ਇਹ ਸਾਰੀਆਂ ਗੱਲਾਂ ਹਨ। ਪਰ ਅਸਲੀ ਚੀਜ਼ ਕੀ ਹੈ? ਸੋ ਸਤਿਗੁਰ ਸੇਵੋ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਜਿਹੜਾ ਸਤਿਗੁਰੂ ਉਹ ਹੈ,
ਉਹ ਹਰੀ ਦਾ ਨਾਮ ਜਪਾਏਗਾ ਔਰ ਨਾਲ ਨਾਲ ਸਰਵ ਵਿਆਪਕ ਪਰਮਾਤਮਾ ਦੀ ਸੋਝੀ ਵੀ ਬਖਸ਼ੇਗਾ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਸਤਿਗੁਰੂ ਮਨਮਰਜੀ ਨਹੀਂ ਕਰਦੇ, ਹਰ ਕਾ ਹਰ ਪੰਥ ਬਤਾਇਆ। ਸੰਪਰਦਾਏ ਦਾ ਮਤਲਬ ਕੀ ਹੈ? ਜੋ ਸਾਡੀ ਪ੍ਰਾਚੀਨ ਪਰੰਪਰਾ, ਉਸੇ ਪਰੰਪਰਾ ਨੂੰ ਦ੍ਰਿੜ ਕਰਾਉਣ ਦਾ ਨਾਮ ਹੀ ਸਤਿਗੁਰੂ ਹੈ। ਇਹ ਜੋ ਮਰਿਆਦਾ ਕਿਸੇ ਦੀ ਮਨਮਰਜੀ ਦੀ ਨਹੀਂ ਹੈ, ਸਵਿੱਛਾਚਾਰ ਨਹੀਂ ਹੈ। ਜੋ ਮਰਜ਼ੀ ਕਰ ਲੋ ਉਹਦਾ ਹੀ ਨਾਮ ਧਰਮ ਨਹੀਂ ਬਣ ਜਾਂਦਾ, ਇੱਕ ਸੰਪਰਦਾਇ ਹੈ। ਜੋ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦ੍ਰਿੜ ਕਰਾਇਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚਾਹੁੰਦੇ ਆਪਣੀ ਮਰਜ਼ੀ ਨਾਲ ਮਰਿਆਦਾ ਲਿਖ ਕੇ 1857 ਦੇ ਵਿੱਚ ਇਸ ਖਾਲਸਾ ਪੰਥ ਦੀ ਸਾਜਨਾ ਜਾਂ ਪੁਨਰ ਗਠਨ ਕਰ ਦਿੰਦੇ, ਪਰ ਨਹੀਂ। ਹਜੂਰ ਸਾਹਿਬ ਭਾਈ ਰਾਏ ਸਿੰਘ ਨੂੰ ਭੇਜ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਰਿਆਦਾ ਨੂੰ ਮੰਗਵਾਇਆ ਔਰ ਬਕਾਇਦਾ ਇਹ ਹੁਕਮ ਕੀਤਾ, ਜਲਦੀਬਾਜ਼ੀ ਨਹੀਂ ਕਰਨੀ, ਠਹਿਰਾਵ ਦੇ ਨਾਲ ਰਹਿਣਾ। ਵਿਦਵਾਨ ਸੀ ਭਾਈ ਰਾਏ ਸਿੰਘ, 3 ਮਹੀਨੇ ਲਗਾਤਾਰ ਰਹਿ ਕੇ ਜੋ ਉੱਥੇ ਅੱਖਾਂ ਨਾਲ ਵੇਖਿਆ ਉਹਨੂੰ ਲਿਖ ਕੇ ਲਿਆ ਕੇ ਸ਼੍ਰੀ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸਮਰਪਿਤ ਕੀਤਾ। ਔਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਵਕਤ ਦੇ ਅਨੁਸਾਰ ਕੁਝ ਤਬਦੀਲੀਆਂ ਕਰਕੇ ਉਸੇ ਮਰਿਆਦਾ ਨੂੰ ਲਾਗੂ ਕੀਤਾ। ਇਹਦਾ ਨਾਮ ਹੈ ਹਰ ਕਾ ਹਰ ਪੰਥ ਬਤਾਇਆ। ਧਰਮ ਦੇ ਨਾਂ ਤੇ ਬਹੁਤ ਕੁਝ ਦੱਸਿਆ ਜਾਂਦਾ ਹੈ। ਕੁਝ ਲੋਕ ਜੋਤਿਸ਼ ਨੂੰ ਹੀ ਧਰਮ ਸਮਝਦੇ ਆ, ਕੁਝ ਲੋਕ ਕਰਮ ਕਾਂਡ ਨੂੰ ਹੀ ਧਰਮ ਸਮਝਦੇ ਆ, ਕੁਝ ਲੋਕ ਕੇਵਲ ਸੋਧ ਮਰਿਆਦਾ ਨੂੰ ਹੀ ਧਰਮ ਸਮਝਦੇ ਆ, ਕੁਝ ਲੋਕ ਕਥਾ ਕੀਰਤਨ ਨੂੰ ਹੀ ਧਰਮ ਸਮਝਦੇ ਆ। ਖਿਮਾ ਰੱਖਣਾ, ਇਹ ਧਰਮ ਦੇ ਅੰਗ ਜ਼ਰੂਰ ਨੇ, ਪਰ ਧਰਮ ਕੀ ਹੈ? ਉਸ ਨਾਮ ਦਾ ਸਿਮਰਨ, ਉਸ ਜਗਨਨਾਥ ਪਰਮਾਤਮਾ ਦੀ ਸਮਝ ਔਰ ਆਪਣੇ ਸਤਿਗੁਰੂ ਦੇ ਹੁਕਮ ਦੇ ਅਨੁਸਾਰ ਪੂਰਨ ਸਮਰਪਿਤ ਹੋ ਕੇ ਚੱਲਣ ਦਾ ਨਾਮ ਧਰਮ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਜਿਨ ਹਰ ਕਾ ਹਰ ਪੰਥ ਬਤਾਇਆ। ਸਤਿਗੁਰੂ ਉਹ ਹੈ ਜਿਹੜਾ ਮਨ ਮਰਜ਼ੀ ਨਾਲ ਨਹੀਂ, ਜੋ ਪੂਰਵ ਗੁਰੂਆਂ ਦੀ ਬਣਾਈ ਹੋਈ ਪਰਿਪਾਟੀ ਦੇ ਅਨੁਸਾਰ ਸਾਨੂੰ ਚਲਾਉਂਦਾ। ਅੱਜ ਸਾਰੇ ਹੀ ਸਵਾਲ ਕਰ ਸਕਦੇ ਨੇ, ਸ਼ੁੱਧਤਾ ਜ਼ਰੂਰੀ ਹੈ, ਸਫਾਈ ਜ਼ਰੂਰੀ ਹੈ, ਫਿਰ ਖੂਹੀ ਦਾ ਪਾਣੀ ਕਿਉਂ? ਫਿਲਟਰ ਤੇ ਹੋਰ ਸ਼ੁੱਧ ਕਰ ਦਿੰਦਾ। ਬੈਠਣਾ ਹੀ ਹੈ, ਫਿਰ ਪਜਾਮਾ ਪਾ ਕੇ ਕਿਉਂ ਨਾ ਬੈਠਿਆ ਜਾਏ? ਕਰਨਾ ਤੇ ਸਿਮਰਨ ਹੈ, ਦਾੜੀ ਵਾਲ ਦੀ ਕੀ ਜ਼ਰੂਰਤ ਹੈ? ਢਕਣਾ ਤੇ ਸਰੀਰ ਹੀ ਹੈ, ਫਿਰ ਇਹਨਾਂ ਕੱਪੜਿਆਂ ਦੀ ਕੀ ਜ਼ਰੂਰਤ ਹੈ? ਕੁਤਰਕ ਕੋਈ ਜਿੰਨਾ ਮਰਜ਼ੀ ਕਰ ਸਕਦਾ, ਕੁਤਰਕ ਦੀ ਕੋਈ ਸੀਮਾ ਨਹੀਂ ਹੈ। ਸੰਸ਼ਯ ਆਤਮਾ ਵਿਨਸ਼ਤੀ, ਸੰਸ਼ਯ ਦੀ ਕੋਈ ਸੀਮਾ ਨਹੀਂ ਹੈ। ਲੇਕਿਨ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਮਾਰਗ ਮਰਿਆਦਾ ਦਸੀ ਹੈ, ਇਹ ਕੇਵਲ ਐਵੇਂ ਹੀ ਨਹੀਂ ਦੱਸ ਦਿੱਤੀ, ਇਹਦੇ ਪਿੱਛੇ ਬਹੁਤ ਵਿਗਿਆਨਿਕ ਕਾਰਨ ਨੇ, ਇਹਦੇ ਪਿੱਛੇ ਇੱਕ ਬਹੁਤ ਵੱਡੀ ਫਿਲਾਸਫੀ ਹੈ, ਅਰਥ ਨੇ। ਇਹ ਐਵੇਂ ਹੀ ਨਹੀਂ ਸਭ ਕੁਝ ਦੱਸ ਦਿੱਤਾ ਜਾਂਦਾ। ਸਤਿਗੁਰੂ ਉਹ ਹੈ ਜੋ ਸਮੇਂ ਦੇ ਅਨੁਸਾਰ, ਕਿਉਂਕਿ ਦੇਹ ਦੀ ਇੱਕ ਆਪਣੀ ਸੀਮਾ ਹੈ, ਕਾਲ ਨੇ ਸਭ ਨੂੰ ਗ੍ਰਸ ਲੈਣਾ, ਚਾਹੇ ਉਹ ਸਤਿਗੁਰੂ ਦੀ ਮੂਰਤ ਹੋਵੇ, ਚਾਹੇ ਆਮ ਇਨਸਾਨ ਹੋਵੇ। ਸਮੇਂ ਆਪਣੀ ਗਤੀ ਨਾਲ ਚੱਲਦਾ ਹੈ, ਪਰ ਆਦਰਸ਼, ਸੰਪਰਦਾਇ, ਪਰੰਪਰਾਵਾਂ, ਅਧਿਆਤਮ ਇਹ ਹਮੇਸ਼ਾ ਜੀਵਿਤ ਰਹਿੰਦਾ ਹੈ। ਸਤਿਗੁਰੂ ਉਸੇ ਹੀ ਪਰੰਪਰਾ ਦੇ ਉੱਤੇ ਸਖਤੀ ਦੇ ਨਾਲ ਆਪ ਚੱਲਦੇ ਨੇ ਤੇ ਆਪਣੇ ਸਿੱਖਾਂ ਨੂੰ ਚਲਵਾਉਂਦੇ ਨੇ। ਸਾਧ ਸੰਗਤ ਜੀ, ਅਗਰ ਸਤਿਗੁਰੂ ਰਾਮ ਸਿੰਘ ਤੋਂ ਬਾਅਦ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨਾ ਪਹਿਰਾ ਦਿੰਦੇ, ਖਿਮਾ ਰੱਖਣਾ ਕਹਿਣ ਦੇਣਾ, ਜਿਸ ਤਰ੍ਹਾਂ ਸਾਨੂੰ ਆਪਣੇ ਦਾਦਿਆਂ ਪੜਦਾਦਿਆਂ ਦਾ ਨਾਂ ਨਹੀਂ ਯਾਦ, ਸਤਿਗੁਰੂ ਰਾਮ ਸਿੰਘ ਨੂੰ ਕੌਣ ਯਾਦ ਰੱਖਦਾ? ਖਿਮਾ ਰੱਖਣਾ ਕਹਿਣ ਦੇਣਾ।
सब दुनिया मस्त हो के भुल जाती है। ये सतगुरु की बख्शिश है। जो ये वड्डी देन सतगुरु प्रताप सिंह सच्चे पातशाह ने सानू दिती, जे सतगुरु जगजीत सिंह सच्चे पातशाह वर्तमान सतगुरु जी ਇਹਦੇ ਤੇ ਪਹਿਰਾ ਨਾ ਦਿੰਦੇ, ਆਪ ਕਰਦੇ ਤੇ ਸਾਡੇ ਕੋਲੋਂ ਨਾ ਕਰਵਾਉਂਦੇ, ਇਹ ਪਰੰਪਰਾ ਜੀਵਿਤ ਰਹਿੰਦੀ। ਅੱਜ ਸੰਸਾਰ ਆਪਣੀ ਮਨਮਰਜ਼ੀ ਦਾ ਆਚਰਣ ਕਰਨਾ ਚਾਹੁੰਦਾ ਹੈ। ਬੰਧਨ ਅਨੁਸ਼ਾਸਨ ਕਿਸੇ ਨੂੰ ਪਸੰਦ ਨਹੀਂ ਹੈ। ਜੇ ਸਤਿਗੁਰੂ ਮੂਰਤ ਨਾ ਹੁੰਦੀ, ਇਹ ਮਰਿਆਦਾ, ਇਹ ਪਹਿਰਾਵਾ, ਇਹ ਪਰੰਪਰਾਵਾਂ ਕਿਤੇ ਜੀਵਿਤ ਰਹਿੰਦੀਆਂ? सब खत्म हो जांदियां, खत्म हो जांदियां। आप देखो अपने आस पास जिन्ने संप्रदाय धर्म ने, कोई मर्यादा, कोई शिष्टाचार उस ढंग दा नहीं। शर्म महसूस करते ने इन्हां परंपरावां नूं धारण कर लग्गिया। पर जिन्हां दा अपने सतगुरु नाल प्यार है, सतगुरु जगजीत सिंह सच्चे पातशाह दा कल दे दोपहर च आपां उपदेश श्रवण करदे सां पए, सतगुरु जी कहिंदे ने वो धन ने लोग जिन्हां दे नाल नामधारी शब्द जुड़दा है। ये किदी बख्शिश है? सतगुरु, मैं आपनूं एक सतगुरु दा स्वरूप की है, सतगुरु कहिंदे किन्नू ने? केवल देहधारी आपां कहिंदे आ और मनदे आ, वो अपनी श्रद्धा भावना प्रगट करन दा एक माध्यम है। पर सतगुरु दी विशालता की है? सतगुरु दी जरूरत क्यों है? और सतगुरु मूर्त की है? मैं सिर्फ ओहदे आप दे सामने एक छोटा जिहा बिंब खिंचदा पिया समय अनुसार। पातशाह कहंदे ने सो सतगुर देखो एक निमक निमक, जिन हर का हर पंथ बताया। सतगुरु वो है जिहड़ा अपने पूर्व गुरुआं दी परंपरा दे नाल सानू जोड़दा। सतगुरु प्रताप सिंह सच्चे पातशाह नूं उस वेले दे सिखां ने, शायद चक्रवर्ती जी आलम जी हुरां ने बेनती कीती, पातशाह नामधारी पंथ दियां जो परंपरावां ने बड़ियां सख्त ने, मर्यादा बड़ी औखी है, पालना करनी बड़ी मुश्किल जी गल है। अज ते समय होर बड़ा एडवांस्ड हो गया। जे कृपा करो इहदे च कुछ तब्दीलियां, कुछ ढलाइयां कर दिओ, ते इस नामधारी संप्रदा दा डंका पूरी दुनिया ते वज जाएगा। और ये गल किसी शरधा भावना च नहीं मैं कह रहा, मैं पूरे होशो हवाश, पूरे विश्वास और सतगुरु की कृपा नाल कह रहा। कोई भी नामधारी नौजवान जिस दिन अपने इस विरसे वाल झात मार लेगा, किस तरह सतगुरु राम सिंह ने और सतगुरु राम सिंह सच्चे पातशाह दे सिखां ने इस देश की आज़ादी दे वास्ते, इस धर्म दे वास्ते, इस समाज दे वास्ते, इस पूरी कायनात दे भले दे वास्ते अपना सब कुछ बलिदान कर दिता। साडा केवल फखर नाल सिर ही नहीं उच्चा हुंदा, सानू उन्हां ते पद चिन्हां ते चलण दे वास्ते साडा मन तैयार हो जांदा। साध संगत च अज असी अगर अपनी इस सिक्खी तो मुनकर हुन्ने आ, जां सानू अपनियां इस परंपरावां दे प्रति शंका पैदा हुंदा है, जां अपनियां इस परंपरावां मर्यादावां नूं मनन लई औखियाई महसूस हुंदी है, इहदा इक्को ही मतलब है असी सतगुरु राम सिंह सच्चे पातशाह ते उन्हां दे सिखां दा इतिहास पढ़िया नहीं, विचारिया नहीं, समझिया नहीं। जे समझिया हुंदा मतलब एक दस, इहदा इक्को ही मतलब है कि इन्हां परंपरा ते सानू गौरव नहीं है। मैं एक छोटी सी गल होर कह दवां, इत्थे किसे दा पिता राजनीति च वड्डे अहुदे ते होवे, किस तरह छाती ते हथ मार मार के कहने आ मैं फलाने दा पुत्र, मैं फलाने दा पोतरा। किसे दा पिता बड़ा विद्वान होवे, बड़ा मान ते गर्व महसूस करके लोकां नूं दसदे आ मैं फलाने दा पुत्र पोतरा। की कदे साडे अंदर ये मान नहीं महसूस होया?
मैं सतगुरु राम सिंह सच्चे पातशाह दा सिख हां। कदे इस गल दा मान नहीं महसूस होया मैं सतगुरु जगजीत सिंह सच्चे पातशाह दे इन्हां अखां नाल दर्शन करन दा मैनूं सुभाग मिलिया। कदे इस गल दा गर्व नहीं महसूस होया इन्हां कन्नां नाल मैं सतगुरु जगजीत सिंह सच्चे पातशाह दे ओ बोल सुन सकिया। मैं किड्डे भागां वाला वां। मैं उस सतगुरु नाल जुड़न दा, उस सतगुरु दे दर्शन करन दा मैनूं सुभाग मिलिया जिस सतगुरु ने गुरु नानक पातशाह तो लै के सतगुरु प्रताप सिंह सच्चे पातशाह दी सिੱਖੀ सानू दृढ़ कराई और ਉਹਦੇ नाल नाल सानू नाम जपाया। सानू इस संसार तो हमेशा वखरे रखिया। इस संसार दे सुखां दे नाल नाल नाम दा रस मानण दी भी प्रेरणा दित्ती। ਇਹ गर्व नहीं महसूस हुंदा। जिस दिन असी इस गौरव नू महसूस करांगे सच जानना नाम धारी होने ते सानू गर्व महसूस होएगा। इस करके सतगुरु जगजीत सिंह सच्चे पातशाह दा जो कल दा उपदेश आपने सरवण कीता, सतगुरु जी फरमान करते ने जिदे नाम दे नाल नामधारी शब्द लगदा वो ते वड्डे भागां वाला है। ये कोई सतगुरु जी साड़ी एवें वडियाई नहीं करते। नामधारी होने दा मतलब की है? ਜਿਹੜਾ सरल है सिदक दे विच जिउंदा, सतगुरु दे हुक्म च जिउंदा, सतगुरु दे पहरावे च रहिंदा, मर्यादा दा धारनी है, नाम ते बाणी दा सिमरन करन वाला ओदा नाम नामधारी है। ते ओ वड्डे भागां वाला क्यों नहीं होएगा? गुरु अमरदास पातशाह कहंदे ने सो सतगुर देखो एक निमक निमक जिन हर का हर पंथ बताया। सतगुरु वो है जो पूर्व गुरु साहिबां दियां परंपरावां ते मर्यादावां नूं जीवित रखदा और आप चल के अपने सिखां नूं उहदे उत्ते चलण दी प्रेरणा देंदा। कोई मन मर्जी नहीं गी। सतगुरु प्रताप सिंह सच्चे पातशाह ने हुक्म कीता, इस सतगुरु राम सिंह सच्चे पातशाह दी मर्यादा कोई चले भावें ना चले, मैं कल्ला ही डोरी गड़वा लैके इस मर्यादा दी पालना करांगा। साध संगत भगवान श्री कृष्ण नू अर्जन ने पूछया, ऐ भगवान आप ते उस परम पिता परमात्मा दा रूप हो, आप अमृत वेले उठ के किस दा सिमरन करदे हो? आप नू ये धर्म दी मर्यादा दा पालन करन दी की जरूरत है? भगवान श्री कृष्ण कहंदे ने यद यदा चरति श्रेष्ठा तत्तदेवे तरो जना सा यत प्रमाणम कुरुते लोकस तद अनुवर्तते। अर्जुन जो श्रेष्ठ पुरुष है जिहदे उत्ते समाज दी एक वड्डी जिम्मेवारी है और खास करके अध्यात्म परंपरा दी जो अगवाई करदा है, वो जिस तरह का आचरण करदा है हजारां लोग उहदा अनुसरण करते ने। अर्जन तू ते ढिलाई कर सकदा है पर मैं इस गल दी ढिलाई नहीं कर सकदा। वो सतगुरु दा रूप है। साध संगत तिस सतगुर के सब पग्गी पवो जिन मोह अंधेर चुकाया। सतगुरु कौन है? जिहड़ा जीव दे इस सिख दे अज्ञान मोह ममता दे हनेर नू चुक दवे। साध संगत दुनिया दे उत्ते जिन्ने भी संबंध ने, मैं पहला भी अर्ज कीती है, गुरसिख शब्द दे अंदर पहला वर्ण है गुरु, दूसरा है सिख। एक गुरसिख तां ही पूर्ण हुंदा जे उहदे अंदर गुरु समा जावे और सतगुरु भी ये चाहुंदे ने सिख उहदे अंदर समा जावे। दोनां दी पूर्णता ही इस गल दे उत्ते है। साध संगत जे अपने संसार दे जिन्ने भी संबंध ने, केड़ा ऐसा परिवारिक रिश्ता जां संसार दी मित्रता है वो संसार नू ते पक्कियां कर सकदी है पर मोह ममता नू घटाउण दा काम नहीं करदी। परिवार च बैठांगे रिश्तियां दी गल होएगी, कारोबार दी गल होएगी, एक दूसरे दी गल होएगी,
ਇਹ ਮੋਹ ਮਮਤਾ ਨੂੰ ਵਧਾਉਣ ਵਾਲੀ ਗੱਲ ਹੈ। ਕੇਵਲ ਔਰ ਕੇਵਲ ਇੱਕੋ ਹੀ ਸੰਸਾਰ ਤੇ ਗੁਰੂ ਔਰ ਸਿੱਖ ਦਾ ਰਿਸ਼ਤਾ ਹੈ ਜਿਹੜਾ ਮੋਹ ਦੇ ਹਨੇਰੇ ਨੂੰ ਚੁੱਕ ਦਿੰਦਾ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਤਿਸ ਸਤਿਗੁਰ ਕੇ ਸਭ ਪੱਗੀ ਪਵੋ, ਉਸ ਸਤਿਗੁਰ ਦੇ ਚਰਨਾਂ 'ਚ ਲੋਟ ਪੋਟ ਹੋ ਜਾਵੋ ਜਿਹੜਾ ਮੋਹ ਦੇ ਇਸ ਹਨੇਰੇ ਨੂੰ ਚੁੱਕ ਦਿੰਦਾ ਸਾਧ ਸੰਗਤ 'ਚ। ਇਸ ਕਰਕੇ ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਜਿਹੜਾ ਭਗਤੀ ਦੀ ਦਾਤ ਬਖਸ਼ ਦਿੰਦੇ ਨੇ, ਪ੍ਰੇਮ ਦੀ ਦੀਕਸ਼ਾ ਬਖਸ਼ ਦਿੰਦੇ ਨੇ, ਉਸ ਦਾ ਨਾਮ ਹੀ ਸਤਿਗੁਰੂ ਦੀ ਪੂਰਨਤਾ ਸਾਧ ਸੰਗਤ 'ਚ। ਇਸ ਕਰਕੇ ਗੁਰਸਿੱਖ ਦਾ ਜੀਵਨ ਤਾਂ ਹੀ ਪੂਰਾ ਹੈ ਜੋ ਆਪਣੇ ਸਤਿਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ। ਗੁਰਬਾਣੀ 'ਚ ਇੱਕ ਹੋਰ ਪਾਠ ਆਉਂਦਾ ਹੈ, ਬਿਨ ਗੁਰ ਦੀਖਿਆ ਕੈਸੋ ਗਿਆਨ, ਬਿਨ ਪੇਖੇ ਕਹੁ ਕੈਸੋ ਧਿਆਨ, ਬਿਨ ਪੈ ਕਥਨੀ ਸਰਬ ਵਿਕਾਰ, ਕਹੋ ਨਾਨਕੇ ਉਹ ਦਰ ਕਾ ਵਿਚਾਰ। ਪੰਚਮ ਪਾਤਸ਼ਾਹ ਕਹਿੰਦੇ ਨੇ, ਗੁਰੂ ਦੀ ਦੀਕਸ਼ਾ ਉਪਦੇਸ਼ ਤੋਂ ਬਿਨਾ ਕਿਹੜਾ ਗਿਆਨ ਹੈ? ਕੋਈ ਗਿਆਨ ਨਹੀਂ। ਉਹੀ ਗਿਆਨ ਹੈ ਜੋ ਸਤਿਗੁਰੂ ਤੋਂ ਲਿਆ ਗਿਆ। ਬਿਨ ਪੇਖੇ ਕਹੋ ਕੈਸੋ ਧਿਆਨ, ਜੇ ਸਤਿਗੁਰੂ ਦੀ ਮੂਰਤ ਦਾ ਦਰਸ਼ਨ ਨਹੀਂ ਕੀਤਾ, ਕੋਈ ਕਵੇ ਮੈਂ ਧਿਆਨ ਕਰਦਾ, ਕਾਹਦਾ ਧਿਆਨ ਕਰਦਾ? ਸਤਿਗੁਰੂ ਦੀ ਮੂਰਤ ਦਾ ਹੀ ਧਿਆਨ ਹੈ। ਬਿਨ ਪੇਖੇ ਕਹੋ ਕੈਸੋ ਧਿਆਨ, ਬਿਨ ਭੈ ਕਥਨੀ ਸਰਬ ਵਿਕਾਰ। ਬਹੁਤ ਵੱਡੀ ਗੱਲ ਹੈ। ਚਾਹੇ ਕੋਈ ਕਥਾ ਵਿਆਖਿਆਨ ਕੀਰਤਨ ਦੇ ਮਾਧਿਅਮ ਰਾਹੀਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਪਾਤਸ਼ਾਹ ਕਹਿੰਦੇ ਨੇ ਬਿਨ ਭੈ ਕਥਨੀ ਸਰਬ ਵਿਕਾਰ। ਅਗਰ ਆਪਣੇ ਸਤਿਗੁਰੂ ਦਾ ਭੈ ਨਹੀਂ ਹੈ ਅੰਦਰ, ਚਾਹੇ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦਾ, ਸਰਬ ਵਿਕਾਰ, ਉਹ ਤੇ ਸਭ ਫੋਕੀਆਂ ਗੱਲਾਂ ਨੇ, ਬੇਕਾਰ ਵਾਧੂ ਗੱਲਾਂ ਨੇ। ਸਤਿਗੁਰੂ ਦੇ ਭੈ ਤੋਂ ਬਿਨਾ ਵਿਅਕਤੀ ਦੇ ਅੰਦਰ ਸ਼ੁਭ ਗੁਣ ਵਿਰਾਜਮਾਨ ਨਹੀਂ ਹੁੰਦੇ। ਕਹੋ ਨਾਨਕੇ ਉਹ ਦਰ ਕਾ ਵਿਚਾਰ, ਇਹ ਤੇ ਉਸ ਪਰਮਾਤਮਾ ਦੇ ਦਰ ਦਾ ਵਿਚਾਰ ਹੈ ਸਾਧ ਸੰਗਤ ਜੀ। ਇਸ ਕਰਕੇ ਸਤਿਗੁਰੂ ਨੂੰ ਆਪਣੇ, ਉਹਦੀ ਮੂਰਤ ਨੂੰ, ਉਹਦੇ ਉਪਦੇਸ਼ ਨੂੰ ਆਪਣੇ ਜੀਵਨ 'ਚ ਧਾਰਨ ਕਰਨਾ। ਭਾਈ ਗੁਰਦਾਸ ਜੀ ਦੀ ਇੱਕ ਵਾਰ ਮੈਂ ਆਪ ਦੇ ਸਾਹਮਣੇ ਰੱਖ ਕੇ ਆਪਣੀ ਗੱਲ ਨੂੰ ਪੂਰਿਆਂ ਕਰਨਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਹਉ ਸਦਕੇ ਤਿੰਨ ਗੁਰ ਸਿੱਖਾਂ, ਗੁਰ ਚਰਣੀ ਆਪ ਗਵਾਇਆ, ਸਤਿਗੁਰ ਨੋ ਮਿਲ ਆਪ ਗਵਾਇਆ। ਹਉ ਸਦਕੇ ਤਿੰਨ ਗੁਰ ਸਿੱਖਾਂ, ਕਰਨ ਉਦਾਸੀ ਅੰਦਰ ਮਾਇਆ। ਹਉ ਸਦਕੇ ਤਿੰਨ ਗੁਰ ਸਿੱਖਾਂ, ਗੁਰ ਮਤ ਗੁਰ ਚਰਣੀ ਚਿਤ ਲਾਇਆ। ਹਉ ਸਦਕੇ ਤਿੰਨ ਗੁਰ ਸਿੱਖਾਂ, ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ। ਹਉ ਸਦਕੇ ਤਿੰਨ ਗੁਰ ਸਿੱਖਾਂ, ਬਾਹਰ ਜਾਂਦਾ ਵਰਜ ਰਹਾਇਆ। ਹਉ ਸਦਕੇ ਤਿੰਨ ਗੁਰ ਸਿੱਖਾਂ, ਆਸਾ ਅੰਦਰ ਨਿਰਾਸ ਵਿਲਾਇਆ। ਸਤਿਗੁਰ ਕੋ ਉਪਦੇਸ਼ ਦ੍ਰਿੜਾਇਆ। ਕਹਿੰਦੇ ਨੇ ਮੈਂ ਤੇ ਉਸ ਗੁਰਸਿੱਖ ਦੇ ਸਦਕੇ ਜਾਨਾ, ਵਾਰੇ ਜਾਨਾ, ਜਿਨੇ ਸਤਿਗੁਰਾਂ ਦੇ ਚਰਨਾਂ 'ਚ ਜਾ ਕੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਐਸੀ ਕੋਈ ਹੋਰ ਰਿਸ਼ਤਾ ਨਾਤਾ ਨਹੀਂ ਜਿੱਥੇ ਆਪਣੇ ਆਪ ਨੂੰ ਜਾ ਕੇ ਪੂਰਨ ਸਰੈਂਡਰ ਕਰ ਦਿੱਤਾ ਜਾਵੇ ਔਰ ਆਪਣਾ ਆਪਾ ਅਰਪਿਤ ਕੀਤੇ ਤੋਂ ਬਿਨਾ ਸੱਚ ਜਾਣਨਾ, ਉਸ ਗਿਆਨ ਦਾ ਆਨੰਦ ਦਾ ਪ੍ਰਕਾਸ਼ ਵਿਅਕਤੀ ਦੇ ਅੰਦਰ ਨਹੀਂ ਹੁੰਦਾ। ਅਗਿਆਨ ਭਰਮ ਦਾ ਰੂਪ ਕੀ ਹੈ? ਇਹ ਮੈਂ ਤੇ ਅਹਮ। ਸਤਿਗੁਰੂ ਔਰ ਸਿੱਖ ਦੇ ਅਲਗਾਵ ਦੇ ਵਿੱਚ ਪਰਦਾ ਤੇ ਕੰਧ ਕੀ ਹੈ? ਮੈਂ ਦੀ ਕੰਧ ਹੈ। ਜਦੋਂ ਇਹ ਮੈਂ ਆ ਜਾਂਦੀ ਹੈ, ਸਿੱਖ ਦੇ ਸਾਰੇ ਗੁਣ ਹੀ ਨਹੀਂ ਚਲੇ ਜਾਂਦੇ। ਸਿੱਖ ਆਪਣੇ ਸਤਿਗੁਰੂ ਦੀ ਦ੍ਰਿਸ਼ਟੀ ਤੋਂ ਵੀ ਬਹੁਤ ਦੂਰ ਹੋ ਜਾਂਦਾ ਸਾਧ ਸੰਗਤ 'ਚ। ਇਸ ਕਰਕੇ ਸਿੱਖੀ ਦੀ ਮਹਾਨਤਾ ਕੀ ਹੈ? ਮੈਂ ਚੰਗਾ ਵਾਂ, ਮਾੜਾ ਵਾਂ, ਮੇਰੇ 'ਚ ਕੋਈ ਗੁਣ ਹੈ ਕਿ ਨਹੀਂ ਹੈ? ਇਹ ਬਿਨਾਂ ਕੁਝ ਸੋਚੇ ਆਪਣੇ ਸਤਿਗੁਰੂ ਨੂੰ ਸਮਰਪਿਤ ਹੋ ਜਾਣਾ ਸਿੱਖ ਦੀ ਵੱਡੀ ਕਮਾਈ ਹੈ ਸਾਧ ਸੰਗਤ 'ਚ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇਸ ਫੁਲਵਾੜੀ ਦੇ ਅੰਦਰ
बड़े बड़े वड्डे महापुरख होए ने। संत बाबा केसर सिंह जी चुप शेखवां वाले बड़ी उच्ची बिरती दे मालक सतगुरु प्रताप सिंह सच्चे पातशाह दियां जिन्हां ने बड़ियां बख्शिशां प्राप्त कीतियां, अंतिम समय नज़दीक आ गया। संतां ने अपने जीवन नूं सतगुरां दे हुक्म दे अनुसार सारा जीवन तैयार कीता। सज्जनों, सिੱਖੀ दा मतलब सिख हमेशा सजग रवे, जागरूक रवे, अलर्ट रवे। अपने इस शरीर द्वारा कोई इस तरह का कर्म ना हो जावे, अपने मन दे अंदर कोई इस तरह का फुरना ना बन जावे जो साडे सतगुरु नूं प्रवान ना होवे। जिन्ना चिर सिख दे अंदर ये सजगता नहीं है, वो समर्पण नहीं है, उन्ना चिर सिੱਖੀ दी घालना जिहड़ी है वो पूरी नहीं हुंदी। जिन्नी जिन्नी ये सजगता वधेगी ओनी ओनी सतगुरु दी बख्शिश भी वधदी है। जे असी एक कदम चलते हाँ तो सतगुरु 100 कदम चल के सानू अपनी गलवकड़ी च लैंदे ने, पर सानू भी अपने वल्लों पहल करने की जरूरत है। इस संत केसर सिंह जी ने सारा जीवन सतगुरां दे हुक्म अनुसार बतीत किया। अखीरी समय दे विच ये संत गुजरां वाले एक संत अतर सिंह दे घर दे अंदर ठहरे सन। संत बड़ी उच्च बिरती दे मालक अपना अंतिम समय नज़दीक जापदा पिया, क्योंकि ये सोझी सिखां वास्ते बड़ी छोटी जी गल है। सतगुरु ऐसियां ऐसियां बख्शिशां ऐसियां ऐसियां नियामतां बख्श देंदे ने, तिन्हां लोकां दी सोझी हो जांदी है। जो गल्लां अज सानू कल्पना लगदियां ने, झूठियां लगदियां ने, जदों सतगुरु दी बख्शिश हुंदी है पता ते उदों ही लगदा है इस दरवाजे दे अंदर पूरा ब्रह्मंड समाया होया। साध संगत च संतां दे मन दे अंदर आई। सारी जिंदगी सतगुरु दी याद करदियां करदियां जीवन बीतिया। क्यों ना अपने प्रीतम प्रेमी सतगुरु प्रताप सिंह सच्चे पातशाह दी गोद दे विच सीस रवे ते प्राण निकल। सिख दी होर मंग भी की है। मैं पहला भी अर्ज कीती है, ये संसार दियां मंगां साडियां सुभाविक मंगां ने, पर कोई विरला ही ऐसा होया करदा जिदे अंदर ये मंग उठदी है, सतगुरु मैनू नाम दा रस दे। सतगुरु जी वो कदों समय आवे जदों आप दा आप दी संगत दा दर्शन होएगा। वो कदों समय आएगा जदों मन नाम नाल एक हो जाएगा। मैं किस तरह साध संगत दी सेवा करांगा। जिन्ना जिन्ना ये चाह ते लगाव वधदा जाएगा ओना ओना सिख सिੱਖੀ दियां मंजिलां नूं सर करदा जांदा है। साध संगत च ये संत केसर सिंह जी चुप सेखवां मनी मन सतगुरु प्रताप सिंह सच्चे पातशाह नूं याद करदे ने। ऐ सच्चे पातशाह अंतिम समय है, आप कृपा करो दर्शन दियो। चाहे सतगुरु किन्नी भी दूर क्यों ना होन, पर अंदरों ते सिख दे नाल जुड़े ही ने ना। उहदी अर्ज प्रवान होई। सतगुरु प्रताप सिंह सच्चे पातशाह अपना दौरा करदे करदे गुजरां वाले संत अतर सिंह दे घर पहुंच गए। पता लगा सतगुरु प्रताप सिंह सच्चे पातशाह दा आगमन होया। संतां ने सुणदियां सारी जिहड़ा बिरध अवस्था दे कारण शरीर निढाल जिहा पिया सी वो खेड़े च आ गया। सतगुरु प्रताप सिंह सच्चे पातशाह दा उठ के दर्शन किया, चरण स्पर्श कीते, वैरागी अवस्था बन गई है। सतगुरां ने भी गलबकड़ी च लैके अपने उस प्यारे सिख नूं बड़ियां बख्शिशां कीतियां। अखीर संत केसर सिंह जी कैसी सिख दी अवस्था बन जाती है। सिख ते गुरु किस तरह एक हो जाते ने। संत केसर सिंह होना ने अपने जेब दे विचों कुछ रुपये कढ़े। उस वेले जो समय दे अनुसार चांदी दे जां जिस भी धातु दे चलदे होण, पहला एक रखिया, एक रख के नमस्कार कीती, दो रख के नमस्कार कीती, करदे करदे 9 10 11 12 करदे जदों 13वां रखिया, 13 रख के करदे ने सच्चे पातशाह मैं तेरा
तू मेरा। इन्नी गल कह के सतगुरु प्रताप सिंह सच्चे पातशाह दे चरनां ते अपना सीस टिका के अपने इन्हां प्राणां नूं सतगुरु दे महाप्राणां दे अंदर लीन करके उत्थे ही संत केसर सिंह चुप समा गए साध संगत च। ये अवस्था मेरे कोल जो भी है सतगुरु तेरा ही दिता है, मैं तेरा तू मेरा है। जिस तरह ये परिवारिक रिश्तियां दा गूढ़ा अपनत बन जाता है ना, इन्हां तो बिना जिउना मुश्किल हो जाता है। इन्हां दी असी किन्नी फिक्र करते हैं। इसे प्रकार सतगुरु नाल भी जदों इस तरह अपनत दा रिश्ता गूढ़ा रिश्ता बन जाता है, फिर इस रिश्ते दे अंदरों उस सिमरन दी खुशबू आउण लग जाती है। इस रिश्ते दा जो रस है वो सिख दे रोम रोम दे विचों टपकना शुरू हो जाता है। यही सिख दी कमाई है। सो इन्हां शब्दां दे नाल मैं यही कहना चाहुंदा, सतगुरु प्रताप सिंह सच्चे पातशाह ने जो महान बख्शिश करके ये जप प्रयोग दी मर्यादा सानू दिती, समय समय अनुसार हजूर पातशाह जो इहदे ते पहरा दिंदे होए सानू इस नाम नाल जोड़दे ने। सिੱਖੀ दी जो साधना है, अपने सतगुरु ने अपना बल बनाया जावे, अपनी प्रतीत बनाई जावे, अपना विश्वास बनाया जावे। मेरा जीवन, मेरा प्राण, मेरा आधार कौन है? सतगुरु है। सतगुरु तो बिना मैं होर किसे नूं नहीं जानदा। इस भावना तक पहुँचना ही इस सिमरन का प्रैक्टिकल रूप है। ताही फिर सानू चलदियां फिरदियां सौंदियां भी उस सतगुरु की अभेदता दे नाल उस परम आनंद की अवस्था प्राप्त होएगी। इन्हां शब्दां दे नाल मैं अपनी वाणी नूं सतगुरु जी दे चरनां च समर्पित करदा होया, सर्वे भवन्तु सुखिना, सर्वे सन्तु निरामया, सर्वे भद्राणि पश्यन्तु, मां कश्चित् दुख भाग भवेत्। हे परमात्मा, सब सुखी होन, सब निरोगी होन, सब धर्म दे रस्ते ते चलन ते सर्बत दा भला होवे। इसे शुभकामना दे नाल सत श्री अकाल।